अस्सलाम वालेकुम। वालेकुम सलाम। भाईजान की नाम है तुहाडा? जमशेद छम्मा छम्मा नहीं कहते। ठीक है जी। जमशेद साहब ये किहड़ी जगह है? जोधे वाली है सियालकोट बड़ी। ठीक हो गया। अच्छा तुहानू कितनी देर हो गई है डंगरां दा काम करदे आ? डंगर पहले वाल साहब करदे हैं। अच्छा बाद जो बचपन दे विच असई काम शुरू कीता। ते की गल दूसरा कोई काम नहीं कीता? शुरू दी शौक ही आया सी भाई। सही है। शौक नू तुसीं कारोबार बना लिया? हाँ जी। ते क्या तुसीं शौक नू कारोबार बना के ते बड़े मुतमिन हो? हाँ शुक्र अलहमदुलिल्लाह अल्लाह दा करम। सही हो गया। हुण तुहां सानू सच्चियां ते खरियां गल्लां दस्सियां जित्थां तुसीं ऑफ कैमरा दस रहे हो। इस काम दे विच फायदा हुंदा है कि नहीं? फायदा उन्नू ही है भाई जेड़ा बंदे दी जमीन अपनी है। अच्छा ते घर दे पट्ठे ने। ठीक है। क्योंकि मुੱਲ दे जेड़ा महंगाई बड़ी है, तूड़ी बड़ी महंगी है, चोकर वंडा नहीं पेश जान दिंदे। ते जेड़ा बंदे दे मुੱਲ ਦਾ ਸਾਰਾ ਕੁਛ ਹੈ ਤੇ ਉਹਨਾਂ ਵਾਸਤੇ ਸਹੂਲਤ ਹੈ। ਇਹ ਬੰਦਾ ਕੰਮ ਨੂੰ ਜਾਣਦਾ ਹੋਵੇ, ਬੰਦੇ ਵੀ ਰੱਖੇ ਤੇ ਬੰਦਿਆਂ ਦੇ ਉੱਤੇ ਰਵੇ। ਯਾਨੀ ਤੁਹਾਡੀ ਗੱਲ ਤੋਂ ਨਤੀਜਾ ਇਹ ਨਿਕਲਿਆ ਕਿ ਕੰਮ ਜਾਣਦਾ ਹੈ ਤੇ ਭਾਵੇਂ ਮੁੱਲ ਦਾ ਹੈ ਤੇ ਭਾਵੇਂ ਆਪਣਾ ਕੋਈ ਵੀ ਹੋਵੇ ਕੰਮ ਨੂੰ ਤਰੀਕੇ ਨਾਲ ਸਹੀ ਜਾਣਦਾ ਹੋਵੇ, ਕੰਮ ਫੇਰ ਸ਼ੁਰੂ ਕਰੇ। ਕਿਆ ਤੁਸੀਂ ਸਾਡੇ ਨਾਲ ਦਾਅਵਾ ਕਰ ਸਕਦੇ ਹੋ ਕਿ ਤੁਸੀਂ ਕੰਮ ਨੂੰ ਜਾਣ ਗਏ ਹੋ? ਕੰਮ ਨੂੰ ਹਾਂਜੀ ਮੈਂ ਤੇ ਜਾਣਦਾ ਹਾਂ। ਤੁਸੀਂ ਕੀ ਜਾਣਿਆ ਇਸ ਕੰਮ ਦੇ ਬਾਰੇ ਚ? ਕੰਮ ਮਈ ਕੋਈ ਚੰਗੀ ਹੋਵੇ। ਠੀਕ ਹੈ। ਜਿਹੜੀ ਕੋਈ ਨਸਲਦਾਰ ਹੈ, ਜਿਹੜਾ ਕੋਈ ਬੰਦਾ ਵਧਾਰ ਵੀ ਮਈ ਲੇ ਤੇ ਮਈ ਚੰਗੀ ਲਵੇ। ਠੀਕ ਹੈ। ਤੇ ਭੈੜੀ ਮੈਂ ਦਾ ਫਾਇਦਾ ਕੋਈ ਨਹੀਂ। ਸਹੀ ਹੋ ਗਿਆ। ਦੁੱਧ ਸ਼ੁੱਧ ਦੇ ਮੈਂ ਜਿਹੜੀ ਹੈ ਚੰਗੀ ਮਈ ਕਿਹਨੂੰ ਕਹਿੰਦੇ ਹੋ ਤੁਸੀਂ? ਅਸੀਂ ਨੀਲੀ ਦੀ ਮੈਂ ਆਰਫ ਵਾਲੇ ਦੀ। ਕਿਆ ਉਹਦੀ ਪਹਿਚਾਣ ਦੱਸ ਸਕਦੇ ਹੋ? ਪਹਿਚਾਣ ਅਸੀਂ ਖਰੀਦਣੀ ਉਹੀ। ਪਹਿਚਾਣ ਦੱਸੋ ਨਾ ਸਾਨੂੰ ਜਦੋਂ ਖਰੀਦਦੇ ਹੋ। ਉਹਦੀ ਪਛਾਣ ਕਾਲੀ ਸ਼ਾਹ ਮੈਂ ਹੋਵੇ, ਕੁੰਡੇ ਸਿੰਘ ਹੋਣ। ਠੀਕ ਹੈ। ਪੁਛਲ ਲੰਮੀ ਹੋਵੇ ਝੋੜੀ ਦੀ। ਸਹੀ ਹੋ ਗਿਆ। ਥਣ ਬਹਾਨਾ ਸੋਹਣਾ ਹੋਵੇ, ਚੱਡਾ ਜਿਹੜਾ ਮਹੀਂ ਥੱਲੇ ਹੁੰਦਾ। ਠੀਕ ਹੈ। ਖੁੱਲਾ ਫੇਰ ਮੈਂ ਦੁੱਧ ਦਿੰਦੀ ਹੈ। ਜੇ ਖਸਲ ਬਹਾਨੇ ਵਾਲੀ ਝੋਟੀਆਂ ਨਿੱਕੀਆਂ ਲਈ ਉਹ ਸਾਮੀਆਂ ਨਹੀਂ ਜਾਂਦੀਆਂ, ਦੁੱਧ ਨਹੀਂ ਦਿੰਦੀਆਂ। ਇਹ ਜਿਹੜੀ ਮਈ ਹੈ ਤੁਹਾਡੀ ਨੀਲੀ ਬਾਰ ਦੀ ਜੀ, ਇਹ ਜ਼ਿਆਦਾ ਤੋਂ ਜ਼ਿਆਦਾ ਦੁੱਧ ਕਿੰਨਾ ਦੇ ਹਟਦੀ ਹੈ? ਦੁੱਧ ਹੈ ਮਈਆਂ ਜ਼ਿਆਦਾ ਤੋਂ ਜ਼ਿਆਦਾ 20 ਸਿਰ ਵੀ ਦਿੰਦੀਆਂ ਨੇ, ਨਹੀਂ ਤਾਂ ਰੂਟੀਨ ਨਾਲ ਕੋਈ 12-13 ਸਿਰ ਜਿਹੜਾ ਆਮ ਟਰੰਡੀ ਦੇ ਵਿੱਚ ਫੇਰ ਕੇ ਪਈਆਂ ਕਰਦੀਆਂ। ਬੜੇ ਸਾਰੇ ਲੋਕ ਕਹਿੰਦੇ ਨੇ ਕਿ 20 ਸਿਰ ਦੁੱਧ ਜਿਹੜਾ ਵੇ ਸਿਰਫ ਗੱਲਾਂ ਹੀ ਨੇ। ਅਗਰ ਇੱਕ ਮੱਝ ਵਾਕਈ 20 ਸਿਰ ਦੁੱਧ ਦਿੰਦੀ ਹੈ, ਉਹ ਲਿੰਦੀ ਕੀ ਹੈ ਸਾਡੇ ਕੋਲੋਂ? ਉਹ ਦਿੰਦੀ ਹੈ ਦੁੱਧ ਜੇ ਸਾਂਭੀਏ ਸਹੀ ਤਰੀਕੇ ਨਾਲ ਤਾਂ ਪੱਠੇ ਮਸਾਲਾ। ਮਿਸਾਲ ਦੇ ਤੌਰ 'ਤੇ ਅਗਰ 100 ਰੁਪਏ ਕਿਲੋ ਵੀ ਦੁੱਧ ਲਾਈਏ, ਇਹਦਾ ਮਤਲਬ ਇਹ ਅਗਰ 20 ਕਿਲੋ ਦਿੱਤਾ ਤੇ 2000 ਹੋ ਗਿਆ। 2000 ਚ ਉਹ ਕੀ ਖਾਏਗੀ? ਉਹ ਰੁਪਈਆ 1000 ਖਾ ਵੀ ਛੜੇ ਤੇ ਚਲੋ 1000 ਬਚ ਜਾਂਦੇ। ਜ਼ਿੰਦਾਬਾਦ। ਯਾਨੀ ਇਸ ਕੰਮ ਦੇ ਵਿੱਚ ਤੁਹਾਡੀ ਨਜ਼ਰ 'ਚ 50-50 ਐਵਰੇਜ ਹੈ ਵੇ। ਹਾਂ ਉਹਨੂੰ ਤੁਸੀਂ ਦੱਸਿਆ ਕਿ ਕੰਮ ਦੀ ਸਮਝ ਹੋਣੀ ਚਾਹੀਦੀ। ਇੱਕ ਤਾਂ ਤੁਸੀਂ ਦੱਸਿਆ ਕਿ ਮੱਝ ਚੰਗੀ ਲਵੋ। ਚੰਗੀ ਲੋ ਭਾਵੇਂ ਮਹਿੰਗੀ ਲੋ ਭਾਵੇਂ ਨਗਦ ਲੋ, ਮੈਂ ਚੰਗੀ ਲਵੋ। ਇੱਕ ਤਾਂ ਇਹ ਗੱਲ ਕਲੀਅਰ ਹੋ ਗਈ। ਯਾਨੀ ਜਿਹੜੇ ਦੋ ਸਾਡੀ ਗੱਲ ਸੁਣ ਰਹੇ ਨੇ ਉਹ ਦੇਸੀ ਮੱਝਾਂ ਜਾਂ ਦੋਗਲੀਆਂ ਨਮੋਚਣ ਨਾ ਲੈਣ। ਸਾਡੇ ਇਲਾਕੇ ਦੀਆਂ ਮਈਆਂ ਜਿਹੜੀਆਂ ਨੇ ਦੁੱਧ ਨਹੀਂ ਦਿੰਦੀਆਂ ਦੇਸੀ। ਅੱਛਾ। ਤੇ ਨਾ ਇਹਨਾਂ ਦੇ ਸੂਏ ਲੰਮੇ ਹੁੰਦੇ ਨੇ। ਸਹੀ ਹੈ। ਇਹਨਾਂ ਬਾਹਰ ਦੀਆਂ ਮਈਆਂ 2-2 ਸਾਲ ਵੀ ਦੁੱਧ ਦਿੰਦੀਆਂ ਨੇ, ਬੰਦਾ ਜੇ ਸਹੀ ਸਾਂਭੇ। ਤੇ ਜੇ ਵਿੱਚ ਪਰਾਲੀ ਪਹਾੜੇ ਤੇ ਉਹ ਕੋਈ ਨਹੀਂ, ਮਈ ਨੂੰ ਤੂੜੀ ਪਾਓ ਵੰਡਾ ਜ਼ਿਆਦਾ। ਇੱਥੇ ਮਈ ਨਾ ਪੱਠੇ ਨੂੰ ਮੰਦੀ, ਵੰਡ ਨੂੰ ਮੰਦੀ। ਅੱਛਾ। ਤੂੜੀ ਛੂੜੀ ਨਾ ਮੁੱਕੇ। ਮੈਂ 2-4 ਦਿਨ ਤੂੜੀ ਖਾਂਦੀ, ਪਰਤ ਕੇ ਜਮਾ ਹੋ ਜਾਂਦੀ ਅੰਦਰ। ਵੰਡ ਪਾਓ ਚੋਲੋ। ਇਹ ਤੁਹਾਡੀ ਨਜ਼ਰ ਦੇ ਵਿੱਚ ਚੰਗੀ ਮੱਝ ਵੀ ਇੰਜ ਖਰਾਬ ਹੋ ਜਾਂਦੀ ਹੈ? ਹਾਂ ਚੰਗੀ ਮੈਂ ਵੀ ਇੰਜ ਜਿਹੜਾ ਨਾ ਪੱਠੇ ਪਾਣ ਪੱਠੇ ਜਿਹੜੇ ਘਰ ਦੇ ਨੇ ਪੱਠੇ ਲੋਕਾਂ ਦੇ ਪਾਈ ਜਾਣ। ਅੱਛਾ। ਪਰ ਵੰਡ ਲਾਜ਼ਮੀ ਐ ਸਮੇਂ ਮਿਰਚ ਮਸਾਲਾ ਦੇਣ। ਸਹੀ ਹੈ। ਹਾਂਜੀ। ਹੋਰ ਇਹਦੀ ਕੀ ਇਖਤਿਆਰ ਜੇ? ਹੋਰ ਹੈ ਪਾਣੀ ਛਾਣੀ ਧਿਆਨ ਨਾਲ ਬੰਦਾ ਦਾੜੇ ਬੰਦੇ ਰੱਖੇ ਹੋਣ ਤੇ ਬੰਦੇ ਨੂੰ ਪਾਣੀ ਛਾਣੀ ਧਿਆਨ ਨਾਲ ਦਵਾਣ। ਅੱਛਾ ਹੁਣ ਇੱਕ ਬੜਾ ਅਹਿਮ ਸਵਾਲ ਹੈ, ਕਈ ਲੋਕ ਚੰਗੀਆਂ ਮੱਝਾਂ ਲਿਆ ਕੇ ਫਾਰਮ ਖੋਲ ਲੈਂਦੇ ਨੇ, ਸਾਡੀ ਵੀਡੀਓਜ਼ ਵੇਖਦੇ ਨੇ, ਉਹ ਤੋਂ ਮਾਲੂਮਾਤ ਲੈਂਦੇ ਨੇ ਤੇ ਮੱਝਾਂ ਖਰਾਬ ਕਰ ਬੈਂਦੇ ਨੇ। ਉਹ ਤਰੀਕਾ ਹੈ ਕਿ ਪਾਣੀ ਠੰਡਾ ਮੈਂ ਨੂੰ ਵੀ ਲੜ ਜਾਂਦਾ। ਬਾਹਰ ਦੀ ਮੈਂ ਨੂੰ ਕੱਚੀ ਮੈਂ ਹੁੰਦੀ ਹੈ, ਇhtiyat ਨਹੀਂ ਹੁੰਦੀ। ਮੈਂ ਨੂੰ ਤਾਜ਼ਾ ਪਾਣੀ ਸਿਆਲ ਜਿੱਡਾ ਉਹ। ਗਰਮੀਆਂ ਤੇ ਚਲੋ ਹੋਰ ਗੱਲ ਹੁੰਦੀ ਹੈ, ਮੈਂ ਪੀ ਲੈਂਦੀ ਠੰਡਾ ਠੰਡਾ। ਸਹੀ ਹੈ। ਸਿਆਲ ਦੇ ਵਿੱਚ ਠੰਡਾ ਪਾਣੀ ਨਹੀਂ ਡਾਣਾ। ਜਿਹੜੀ ਮੋਟਰ ਦਾ ਤਾਜ਼ਾ ਜਿਹੜਾ ਨਿੱਘਾ ਨਿਕਲਦਾ ਪਾਣੀ, ਹੋਦੀਆਂ ਵੀ ਜੇ ਬਣਾਈਆਂ ਨੇ ਤੇ ਹੋਦੀਆਂ ਨੂੰ ਇੱਕ ਵਾਰੀ ਕੱਢ ਲੈਣ ਪਾਣੀ ਰੋਜ਼ਾਨਾ। ਅੱਛਾ। ਤਾਜ਼ਾ ਪਾਣੀ ਮਾਲ ਨੂੰ ਡਾਏ ਬੰਦਾ। ਉਹ ਪਾਣੀ ਜ਼ਿਆਦਾ ਲੜਦਾ ਮੈਂ। ਬਹੁਤ ਸਾਰੇ ਬੰਦੇ ਗੱਲ ਸੁਣ ਰਹੇ ਹੋਣਗੇ, ਕੁਝ ਐਗਰੀ ਕਰਨਗੇ, ਕੁਝ ਡਿਸਐਗਰੀ, ਯਾਨੀ ਕੁਝ ਮੰਨਣਗੇ, ਕੁਝ ਨਹੀਂ ਮੰਨਣਗੇ। ਤੁਸੀਂ ਕੋਈ ਦਲੀਲ ਦੇ ਸਕਦੇ ਹੋ ਕਿ ਵਾਕਈ ਠੰਡਾ ਪਾਣੀ ਤਜਰਬਾ ਕਰਕੇ ਵੇਚੋ? ਹਾਂਜੀ ਵੇਖਿਆ, ਕਾਪੀ ਐਕਤੀ ਨਿਚੋੜ ਕੱਢਿਆ ਸੀ। ਅੱਛਾ ਜੀ। ਅੱਗੇ ਨਹੀਂ ਇhtiyat ਕਰਦੇ, ਕਈਆਂ ਮਈਆਂ ਲਿਆਉਂਦੇ ਆ ਅਸੀਂ। ਕਿਆ ਕੱਸ ਚੜਨ ਦੀ ਵਜ੍ਹਾ ਇੱਕ ਠੰਡਾ ਪਾਣੀ ਵੀ? ਠੰਡਾ ਕੱਚੀ ਮੈਂ ਨੂੰ ਬੜੀ ਛੇਤੀ ਲੜਦਾ, ਸੂਦਕ ਹੋ ਜਾਂਦੀ ਮੈਂ। ਅੱਛਾ ਜੀ। ਪਾਣੀ ਪੀ ਆਉਂ ਲੱਗਦਾ ਜੀ, ਕਈ ਕਹਿੰਦੇ ਟੱਕ ਹੋ ਜਾਂਦਾ। ਉਹ ਐ ਹੀ ਵਜ੍ਹਾ ਹੁੰਦੀ ਹੈ। ਸਹੀ ਹੈ। ਤੁਹਾਡੀਆਂ ਗੱਲਾਂ ਤੋਂ ਲੱਗਦਾ ਪਿਆ ਕਿ ਤੁਸੀਂ ਵਾਕਈ ਇਸ ਕੰਮ ਨੂੰ ਸਮਝਿਆ ਵੀ ਹੈ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਹੇ ਹੋ। ਬਚਪਨ ਦਾ ਐਡਾ ਛੋਟਾ। ਇਹ ਗੱਲ ਦੱਸੋ ਕਿ ਡੰਗਰਾਂ ਦੀਆਂ ਕਾਮਨ ਬਿਮਾਰੀਆਂ ਕਿਹੜੀਆਂ ਹੁੰਦੀਆਂ ਜਿਹੜੀਆਂ ਲੋਕਾਂ ਨੂੰ ਨੁਕਸਾਨ ਚ ਪਾ ਛੱਡਦੀਆਂ ਨੇ? ਬਿਮਾਰੀ ਹੈ ਜਿਹੜੀ ਪਰਾਲੀ ਹੈ ਨਾ, ਮੇਜ਼ੇ ਨੂੰ ਲੈਂਦੀ ਹੈ। ਠੀਕ ਹੈ। ਤੇ ਬੁਖਾਰ ਜਾਂ ਮੈਂ ਨੂੰ ਅੰਦਰ ਹੋਈਏ
ਤੇ ਟੀਕਾ ਸ਼ੀਕਾ ਤਿਆਦ ਨਾ ਲਾਓ, ਡਾਕਟਰ ਨੂੰ ਮਸ਼ਵਰਾ ਕਰ ਲਓ, ਠੀਕ ਹੈ, ਜਾਂ ਆਪਣਾ ਕੋਈ ਨੁਕਸਾ ਲਾ ਲਓ, ਕੋਈ ਮਿਰਚ ਮਸਾਲਾ, ਅਦਰਕ, ਗੰਡੇ, ਠੀਕ ਹੈ, ਜਾਂ ਹਾਲਿਓ ਛਾਲਿਆਂ ਆਉਂਦੀਆਂ ਕੁਛ ਐਵੇਂ, ਮੈਂ ਗਰਮ ਹੋਈ ਉਸ ਵੇਲੇ ਠੀਕ ਹੋ ਜਾਂਦੀ ਹੈ। ਸਹੀ ਹੈ। ਜੇ ਮਤਲਬ ਕਿ ਹੁਣ ਨੂੰ ਘੜੀ ਨੂੰ ਲਾਣਾ ਤੇ ਉਹ ਫਿਰ ਮਈ ਜਿਹੜੀ ਹੋਰ ਨੁਕਸਾਨਦੇਹ ਹੁੰਦੀ ਆ, ਫਿਰ ਉਹ ਬੰਦਾ ਕਤਾ ਖਾ ਜਾਂਦਾ। ਮਹਿੰਗਾਈ ਦਾ ਦੌਰ ਹੈ, ਬਹੁਤ ਸਾਰੇ ਲੋਕ ਮੱਝਾਂ ਰੱਖਣਾ ਚਾਹੁੰਦੇ ਨੇ, ਇੱਕ ਐਵਰੇਜ ਖਰਚਾ ਦੱਸੋ ਕਿ ਮੱਝ ਤੇ ਕਿੰਨਾ ਕਲਾਈਏ ਜਿਹੜਾ ਨੁਕਸਾਨ ਵੀ ਨਾ ਹੋਏ ਤੇ ਫਾਇਦਾ ਵੀ ਹੁੰਦਾ ਰਹੇ। ਮਈ ਦਾ ਖਰਚਾ ਜੇ ਤੇ ਮਈਆਂ ਚੰਗੀਆਂ ਹੋਣ ਤੇ ਜੇ ਕੋਈ 20,000 ਦਾ ਦੁੱਧ ਤੇ 10,000 ਵੀ ਪਾ ਖੜੀਏ ਤੇ ਚਲੋ। ਇਹਦੀ ਤੁਹਾਡੀ ਨਜ਼ਰ 'ਚ ਉੱਥੇ ਸਾਨੂੰ ਕੰਜੂਸੀ ਨਹੀਂ ਕਰਨੀ ਚਾਹੀਦੀ। ਕੰਜੂਸੀ ਨਾ ਕਰੋ ਕਿਸੇ ਕੋਈ ਮਹੀਨਾ ਐਸਾ ਵੀ ਆਂਦਾ ਹੋਣਾ ਸਿਆਲ ਲੈਣਾ ਐ ਨਾ ਕੋ ਨਹੀਂ ਬਚਦੇ ਪਏ, 2 ਮਹੀਨੇ ਮਈਆਂ ਨੂੰ ਖਾਣ ਦੋ ਵੰਡ ਤੂੜੀ, ਮਈਆਂ ਟੁੱਟਣ ਨਾ, ਮਈਆਂ ਲਿਸੀਆਂ ਕੁਝ ਨਹੀਂ ਦਿੰਦੀਆਂ। ਹਰ ਮੌਸਮ ਦੇ ਵਿੱਚ ਕਿਹੜੀ ਐਸੀ ਚੀਜ਼ ਹੈ ਜਿਹੜੀ ਨਹੀਂ ਛੱਡਣੀ ਚਾਹੀਦੀ, ਜਿਸ ਤਰ੍ਹਾਂ ਤੂੜੀ ਹੋ ਗਿਆ, ਸਬਜ਼ ਚਾਰਾ ਹੋ ਗਿਆ, ਇਸ ਤੋਂ ਇਲਾਵਾ ਵੀ ਕੋਈ ਚੀਜ਼ ਹੈ ਜਿਹੜੀ ਮੱਝਾਂ ਨੂੰ ਦਿੰਦੇ ਰਹੋ? ਤੂੜੀ ਜ਼ਿਆਦਾ 12 ਮਹੀਨੇ ਪਾਣੀ ਚਾਹੀਦੀ ਹੈ ਮਈਆਂ ਨੂੰ, ਜਾਂ ਮਕਈ ਹੈ ਜਾਂ ਚਰੀ ਪਾਓ। ਚਰੀ ਵੇਖ ਲੋ ਹੈ ਜਿਹੜੀ ਲੜਦੀ ਬੜਾ, ਜੇਠ ਦੇ ਵਿੱਚ ਚੜੀ ਨਹੀਂ ਪਾਣੀ ਚਾਹੀਦੀ, ਉਂਝ ਮੂੰਹ ਖੋਰ ਕਰ ਛੱਡਦੀ ਹੈ, ਮੂੰਹ ਖੋਰ ਨਾਲੇ ਡੰਗਰਾਂ ਨੂੰ ਲੜਦੀ ਬੜਾ। ਅੱਛਾ, ਤੁਸੀਂ ਹੁਣ ਗੱਲ ਦਸੀਏ ਕਿ ਜਿਹੜੀ ਤੂੜੀ ਹੈ ਉਹ ਪੂਰਾ ਸਾਲ ਪਾਓ? ਪੂਰਾ ਸਾਲ ਉਹਦੀ ਰੁਟੀਨ ਬਣਾ ਲਓ। ਬੜੇ ਸਾਰੇ ਲੋਕ ਸਾਡੀ ਵੀਡੀਓ ਵੇਖ ਰਹੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਤੂੜੀ ਪਾਉਣ ਦਾ ਕੀ ਫਾਇਦਾ ਹੈ, ਲੇਕਿਨ ਕੁਝ ਉਹ ਵੀ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ। ਤੁਸੀਂ ਉਹਨਾਂ ਨੂੰ ਦੱਸੋ ਕਿ ਤੂੜੀ ਅਗਰ 12 ਮਹੀਨੇ ਪਾਣੇ ਉਹਦਾ ਫਾਇਦਾ ਕੀ ਹੈ? ਤੂੜੀ ਦਾ ਇੱਕ ਪੱਠੇ ਡੰਗਰ ਘੱਟ ਖਾਏਗਾ, ਬੱਚਤ ਜ਼ਿਆਦਾ ਹੋ ਜਾਂਦੀ ਹੈ, ਮੈਂ ਰੱਜ ਰਹਿੰਦੀ ਹੈ ਕਿ ਮੈਂ ਪਿੰਡੇ ਤੋਂ ਟੁੱਟਦੀ ਨਹੀਂ। ਅੱਛਾ, ਮੈਂ ਦੁੱਧ ਵੀ ਦੇ ਜਾਂਦੀ ਹੈ ਕਿ ਮੈਂ ਫਿਰ ਸੂਏ ਵੀ ਫੇਰ ਜ਼ਿਆਦਾ ਵੱਜ ਜਾਂਦੀ ਹੈ। ਸਹੀ ਹੈ। ਮੈਂ ਬਣ ਜਾਂਦੀ ਝੋਟੀਆਂ ਬੰਦਾ ਲਵੇ ਤੇ ਤੂੜੀ ਪਾਉਂਦਾ ਰਹੇ ਨਾ, ਮੈਂ ਇਹਨੂੰ ਵੰਡ ਆਪਣੇ ਇਲਾਕੇ ਦੀ ਗੱਲ ਪੇ ਕਰਨੇ ਆ। ਬਾਹਰ ਤੇ ਚਲੋ ਕਮਾਸ਼ ਟਾਲਾ ਮੀਆਂ ਖਾਂਦੇ, ਉਧਰ ਦਾ ਪਾਣੀ ਹੋਰ ਹੈ, ਇੱਧਰ ਜਿਹੜਾ ਪਾਣੀ ਛਾਣੀ ਨਹੀਂ ਉਹ ਜਿਹਦਾ ਮਈ ਨੂੰ ਨਹੀਂ ਲੱਗਦਾ, ਇੱਧਰ ਪੱਠੇ ਛੱਠੇ ਧਿਆਨ ਨਾ ਪਾਏ ਬੰਦਾ, ਗਤਾਵਾ ਧੁੰਨ ਰੱਖੇ ਮਈਆਂ। ਕਿੰਨੀਆਂ ਮੱਝਾਂ ਦੇ ਵਿੱਚ ਇੱਕ ਝੋਟਾ ਲਾਜ਼ਮੀ ਹੈ? ਮਈਆਂ ਦੇ ਵਿੱਚ 5 ਮਈਆਂ ਚ ਇੱਕ ਝੋਟਾ ਲਾਜ਼ਮੀ ਹੈ। ਕੁਛ ਲੋਕ ਕਹਿੰਦੇ ਨੇ 10 ਚ ਵੀ ਰੱਖੋ, ਤੁਹਾਡਾ ਕੀ ਖਿਆਲ ਹੈ? ਆ ਮਈਆਂ ਘਾਹ ਜਿਨ੍ਹਾਂ ਨੇ ਹੁਣ ਨਹੀਂ ਜਾਣਾ ਕਿਤੇ ਤਾਂ ਉਹਨਾਂ ਨੂੰ ਇਹ ਕਿ 5 ਚ ਇੱਕ ਚ ਵੀ ਹੋਵੇ ਜਾਂ 20 ਚ 100 ਚ ਝੋਟਾ ਲਾਜ਼ਮੀ ਹੋਣਾ ਚਾਹੀਦਾ। ਝੋਟਾ ਨਾ ਰੱਖਿਆ ਜਾਏ, ਮੱਝਾਂ ਟਾਈਮ ਨਾਲ ਨਹੀਂ ਬਣਦੀਆਂ ਤੇ ਹੋਰ ਕੀ ਨੁਕਸਾਨ ਹੋ ਸਕਦਾ ਮੱਝਾਂ ਨੂੰ? ਮਈਆਂ ਫਿਰ ਘਟ ਜਾਂਦੀਆਂ ਨੇ, ਧਾਰਾਂ ਪੈ ਕੇ ਅੰਦਰ ਸਾੜ ਪੈ ਜਾਂਦੇ ਨੇ, ਪਈਆਂ ਬੋਲਦੀਆਂ ਲੇਕਿਨ ਪਤਾ ਨਹੀਂ ਲੱਗਦਾ। ਇਹ ਵੀ ਤਿਆਦ ਕਰ ਲਓ ਕਿ ਹੁਣ 2 ਸਾਲ ਸੰਡਾ ਰੱਖਿਆ ਉਹਨੂੰ ਬਦਲ ਲਵੋ, ਕਿਉਂਕਿ 2 ਸੂਵੇ ਮਈ ਸੁਆੜੇ ਨਾ ਸੰਡਾ ਅੰਦਰੋਂ ਖਨਾਖਰਾ ਹੋ ਜਾਂਦਾ। ਸੰਡਾ ਤੁਸੀਂ ਦੱਸਿਆ 2 ਸਾਲ ਬਾਅਦ ਬਦਲ ਛੜੋ? ਹਾਂ, ਬਦਲ ਛੜੋ। ਇਸ ਤੋਂ ਇਲਾਵਾ ਕੋਈ ਹੋਰ ਵਜ੍ਹਾ ਤਾਂ ਨਹੀਂ? ਨਹੀਂ। ਕਿਹੜੀ ਨਸਲ ਦਾ ਸੰਡਾ ਜਿਹੜਾ ਚੰਗਾ ਰਹਿੰਦਾ ਹੈ ਸਾਡੇ ਇੱਥੇ ਸਿਆਲਕੋਟ 'ਚ? ਸੰਡਾ ਬਾਰੀ ਸੰਡਾ ਜਾਂ ਮਈਆਂ ਮਗਰ ਆਈਏ। ਕੁਛ ਲੋਕ ਕਹਿੰਦੇ ਨੇ ਕਿ ਦੇਸੀ ਚੰਗਾ ਰਹਿੰਦਾ ਹੈ, ਤੁਹਾਡਾ ਕੀ ਖਿਆਲ ਹੈ? ਦੇਸੀ ਹੈ ਕਿ ਮਈਆਂ ਕਟੀਆਂ ਨਹੀਂ ਚੰਗੀਆਂ ਨਿਕਲਦੀਆਂ। ਹਾਂ, ਇਹ ਤਾਂ ਗੱਲ ਹੈ। ਹਾਂ, ਸੰਡਾ ਬਾਰੀ ਹੋਵੇ ਮੈਂ ਤੇ ਮਈ ਚੰਗਾ ਹੋਵੇ ਤੇ ਮਈ ਸਗੋਂ ਕਹਿੰਦੇ ਨੇ ਨਾ ਕਟੀਆਂ ਹੀ ਦੁੱਧ ਦੇਣਗੀਆਂ, ਮਈਆਂ ਵੀ ਦੁੱਧ ਦਿੰਦੀਆਂ ਨੇ ਜੇ ਚੰਗੇ ਸੰਡੇ ਦੀਆਂ ਸੂਣ। ਤੇ ਅਗਰ ਕ੍ਰਾਸ ਹੋਏ ਸੰਡਾ ਤੇ? ਕ੍ਰਾਸ ਦੇ ਨਹੀਂ, ਅਸੀਂ ਜਿੱਦਾਂ ਆਇਆ ਹੀ ਸੰਡਾ ਸਾਡੇ ਕੋਲ ਬਾਰੀ ਰੱਖਿਆ। ਹੁਣ ਇਹ ਦੱਸਿਓ ਕਿ ਤੁਸੀਂ ਛੋਟੇ ਜਾਵਾਂ ਦਾ ਕੀ ਕਰਦੇ ਹੋ? ਅਸੀਂ ਜਾ ਪਾਲਦੇ ਜੀ। ਕਿੱਡਾ ਕੁ ਕਰਕੇ ਕੱਟਾ ਵੇਚ ਛੱਡਦੇ ਹੋ? ਕੱਟਾ ਕੋਈ 2-2.5 ਸਾਲਾਂ ਦਾ ਵੇਚ। ਠੀਕ ਹੋ ਗਿਆ। ਇਹ ਗੱਲ ਜਿਹੜੀ ਹੈ ਨਾ ਤੁਸੀਂ ਦਿਲੋਂ ਕਰਨੀ ਹੈ ਤੇ ਸੱਚੀ ਗੱਲ ਕਰਨੀ ਹੈ। ਇੱਕ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ, ਉਹਨੂੰ ਇਹ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ? ਇਹ ਅਸੀਂ ਤੁਹਾਨੂੰ ਅੱਗੇ ਵੀ ਗੱਲ ਦੱਸੀ ਹੈ, ਬੰਦਾ ਇਸ ਕੰਮ ਨੂੰ ਜਾਣਦਾ ਹੋਵੇ ਤੇ ਬੰਦਾ ਬੰਦੇ ਵੀ ਰੱਖੇ ਉੱਤੇ ਰਵੇ, ਇਹਨਾਂ ਦਾ ਦਮ ਨਾ ਖਾਵੇ। ਅਸੀਂ ਤੁਹਾਡੇ ਕੋਲ ਦੁਬਾਰਾ ਇਸ ਗੱਲ ਵਾਸਤੇ ਪੁੱਛੀਏ ਕਿ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਇਸ ਕੰਮ 'ਚ ਬੜੇ ਸਾਰੇ ਮਸਾਇਲ ਨੇ, ਕੰਮ ਨਹੀਂ ਨਾ ਭਾਜੀ ਜਾਣਦਾ, ਉਹ ਬੰਦਾ ਕੰਮ ਨਾ ਕਰੇ। ਤੇ ਅਗਰ ਬੰਦੇ ਰੱਖ ਕੇ ਕੰਮ ਕਰੇ ਫਿਰ ਵੀ ਕਾਮਯਾਬ ਹੈ? ਫਿਰ ਇਹ ਕੁੱਤੇ ਤਿਆਤ ਹੋਇਆ ਆਪਣੇ ਪੱਠੇ ਹੋਣ, ਤੂੜੀ ਤਾਂ ਦਾ ਆਪਣਾ ਕੋਈ ਸਰਮਾਇਆ ਕੋਲ ਹੋਵੇ ਤੇ ਬੰਦਾ ਵੰਡ ਸਾਲ ਤੇ ਮਾਰ ਖਾਣੀ ਪੈਂਦੀ ਹੈ, ਬੰਦਾ ਸਮਝ ਜਾਂਦਾ ਹੌਲੀ ਹੌਲੀ। ਅੱਛਾ, ਇੱਕ ਬੜਾ ਅਹਿਮ ਸਵਾਲ ਜ਼ਿਹਨ 'ਚ ਆਇਆ ਕਿ ਜਿਹੜੇ ਬੰਦੇ ਡੰਗਰ ਰੱਖ ਲੈਂਦੇ ਨੇ ਜੀ, ਸੱਜਰੀਆਂ ਮੱਝਾਂ ਰੱਖ ਲੈਂਦੇ ਨੇ ਜੀ, ਉਹ ਸਾਰੀਆਂ ਸੱਜਰੀਆਂ ਹੁੰਦੀਆਂ ਨੇ, ਨਵੀਆਂ ਮੱਝਾਂ ਪਾ ਲੈਂਦੇ ਨੇ, ਲੇਕਿਨ ਉਹ ਜਦੋਂ ਖੰਗੜੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਦਾ ਕਾਰੋਬਾਰ ਡੁੱਬ ਜਾਂਦਾ ਹੈ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹ ਇੰਜ ਹੀ ਕਰਨ ਕਿ ਜੇ ਤੇ ਉਹਨਾਂ ਦਾ ਮਾਲ ਆਪਣਾ ਨਗਦ ਹੈ, ਉਹ ਜ਼ਿਆਦਾ ਮਈਆਂ ਵਿੱਚ ਕੋਈ ਚੰਗੀਆਂ ਮਈਆਂ ਰੱਖ ਲੈਣ, ਵਿੱਚੋਂ ਕੋਈ ਦੇ ਕੇ ਮਈਆਂ ਨਾਲ ਪਾ ਲੈਣ, 15-20 ਹਜ਼ਾਰ ਦੇ ਕੇ ਨਾਲ ਮਈ ਪਾ ਲੈਣ, ਉਹ ਹੀ ਫਾਇਦਾ, ਮਈਆਂ ਦਾ ਦੁੱਧ ਨਾ ਟੁੱਟੇ। ਸਹੀ ਹੈ। ਅੱਛਾ, ਆਪਣੇ ਤਜਰਬਾਤ ਦੇ ਵਿੱਚ ਇਹ ਦੱਸਿਓ ਕਿ ਰੂਟੀਨ ਕਿੰਨੀ ਹੋਣੀ ਚਾਹੀਦੀ, ਯਾਨੀ 6 ਮਹੀਨਿਆਂ ਬਾਅਦ ਸੱਜਰੀਆਂ ਫਿਰ ਪਾ ਲੈ ਜਾਂ ਸਾਲ ਬਾਅਦ ਪਾਏ? ਮਈਆਂ ਕੋਈ ਸਹੀ ਰੂਟੀਨ ਤੇ ਆਹੀ 6-7 ਮਹੀਨਿਆਂ ਬਾਅਦ ਬਦਲ ਲਵੇ, ਯਾਨੀ 6 ਮਹੀਨਿਆਂ ਬਾਅਦ ਅੱਧੀਆਂ ਮੱਝਾਂ ਭਾਵੇਂ ਖੰਗੜੀਆਂ ਹੋਣ ਤੇ ਅੱਧੀਆਂ ਦੁੱਧ ਦੇਣ ਵਾਲੀਆਂ ਹੋਣ। ਪੈਸੇ ਲੱਭਣ ਦੇ ਨਾਲ ਬੰਦਾ ਥੋੜੇ ਪਾ ਕੇ ਮਈ ਲੈ ਲੈਂਦਾ, ਉਹ ਮਹਿਸੂਸ ਨਹੀਂ ਹੁੰਦਾ, ਉਹਨੇ 4 ਮਹੀਨੇ ਸੁੱਕਣਾ ਤੇ ਉਹਨੇ ਡਬਲ ਖਰਚਾ ਖਾ ਲੈਣਾ। ਜਿਹੜੇ ਲੋਕ ਸਿਰਫ ਦੁੱਧ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ ਉਹ ਕੀ ਕਰਨ, ਤੇ ਜਿਹੜੇ ਨਾਲ ਗੋਸ਼ਤ ਦਾ ਵੀ ਕਰਨਾ ਚਾਹੁੰਦੇ ਨੇ ਉਹ ਕੀ ਕਰਨ? ਜਿਹੜੇ ਦੁੱਧ ਦਾ ਕਰਦੇ ਨੇ ਇਹ ਤੁਹਾਨੂੰ ਦੱਸਿਆ ਕਿ ਮਈ ਬਦਲ ਲੈਣ, ਠੀਕ ਹੈ, ਤੇ ਜਾਂ ਜੇ ਚੰਗੇ ਆਪਣਾ ਸਰਮਾਇਆ ਤੇ ਪਾਈ ਜਾਣ ਕੇ ਕਹਿਣ ਸ਼ੌਂਕ ਹੈ ਸਾਨੂੰ, ਠੀਕ ਹੈ, ਤੇ ਨਹੀਂ ਤੇ ਸੂਲ ਲੈਣ, ਜੇ ਦੁੱਧ ਚ ਹੀ ਕੰਮ ਮਈਆਂ ਚ ਹੀ ਕਰਨਾ ਤੇ ਬਦਲ ਲੈਣ ਮਈ।
ਤੇ ਜੇ ਨਾਲ ਕੱਟੇ ਕੁੱਟੇ ਵੇਚ ਕੇ ਬੱਚੇ ਵੇਚ ਕੇ ਨਾਲ ਉਹ ਕੱਟਿਆਂ ਨੂੰ ਤੂੜੀ ਸੂੜੀ ਜਿਹੜੀ ਮੱਸਰਾਂ ਦੀ ਚੋਕਰ ਪਾਈ ਜਾਣ। ਹਾਂ 1 ਮਹੀਨਾ ਦੁੱਧ ਤੇ ਪਕਾਇਆ ਉਹਨਾਂ ਨੂੰ, ਇੱਕ ਵਾਲਾ ਬਣਾ ਲੈਣ ਤੇ ਦੁੱਧ ਸ਼ੁੱਧ ਉਹਨਾਂ ਨੂੰ। ਅੱਛਾ ਹੁਣ ਆਖਰੀ ਗੱਲ ਸਦਕਾ ਜਾਰੀਆ ਤੌਰ ਤੇ ਜਿਹੜੇ ਸਾਡੇ ਨਾਜ਼ਰੀਨ ਨੂੰ ਬਹੁਤ ਫਾਇਦਾ ਹੋਇਆ ਤੁਹਾਡੀ ਗੱਲ ਸੁਣ ਕੇ, ਗੁਰ ਦੀ ਅਹਿਮ ਗੱਲ ਜਿਹੜਾ ਤੁਸੀਂ ਕੋਈ ਨਿਚੋੜ ਕੱਢਿਆ ਉਹ ਗੱਲ ਸੁਣਾਣੀ ਤੇ ਜੀ ਸੁਣਾਓ ਸਾਨੂੰ ਗੱਲ ਜਿਹੜੀ ਅਹਿਮ ਕੋਈ ਗੱਲ ਤੁਸੀਂ ਮਸ਼ਵਰਾ ਦੇਣਾ ਚਾਹੁੰਦੇ ਹੋ ਕਿਸੇ ਨੂੰ। ਮਸ਼ਵਰਾ ਤੁਹਾਨੂੰ ਇਹ ਹੀ ਅੱਗੇ ਗਿਆ ਕਿ ਜਿਹੜਾ ਬੰਦਾ ਜਾਣਦਾ ਕੰਮ ਉਹ ਕੰਮ ਕਰੇ। ਠੀਕ ਹੋ ਗਿਆ, ਤੁਸੀਂ ਨਿਚੋੜ ਕੱਢ ਛੜਿਆ, ਜਿਹੜਾ ਨਹੀਂ ਜਾਣਦਾ ਉਹਨੂੰ ਨੁਕਸਾਨ ਹੈ। ਉਹਨੂੰ ਨੁਕਸਾਨ ਹੈ, ਉਹਦੀ ਸਮਝ ਨਹੀਂ ਆਉਂਦਾ ਜੀ। ਨੌਕਰ ਕੰਮ ਨਹੀਂ ਕਰਦੇ ਆ, ਦੁੱਧ ਪੀ ਹਟਦੇ ਨੇ, ਇਹ ਕੰਮ ਕਰਦੇ ਨੇ। ਬੰਦਾ ਜਾਣਦਾ ਹੋਏ ਤੇ ਉੱਤੇ ਰਵੇ, ਧਿਆਨ ਰੱਖੇ, ਬੰਦੇ ਕੋਈ ਚੰਗੇ ਰੱਖ ਲੇ। ਸਹੀ ਹੋ ਗਿਆ। ਬਹੁਤ ਸਾਰੇ ਲੋਕ ਪਾਣੀ ਛਾਣੀ ਧਿਆਨ ਨਾਲ ਡਾਹੜੇ, ਪੱਠੇ ਧਿਆਨ ਟਾਈਮ ਨਾਲ 12-1 ਵਜੇ ਪੱਠੇ ਬੰਦਾ ਪਾਹੜੇ। ਬਹੁਤ ਸਾਰੇ ਲੋਕ ਤੁਹਾਡੀ ਗੱਲਬਾਤ ਪਸੰਦ ਵੀ ਕਰਨਗੇ ਔਰ ਤੁਹਾਨੂੰ ਪਸੰਦ ਵੀ ਕਰਨਗੇ। ਤੇ ਅਗਰ ਤੁਹਾਡੇ ਨਾਲ ਗੱਲ ਕਰਨ ਦਾ ਸ਼ੌਕ ਰੱਖਦੇ ਹੋ ਤਾਂ ਕੋਈ ਨੰਬਰ ਦੇ ਸਕਦੇ ਹੋ। ਨੰਬਰ ਦਾ ਸਾਡਾ 340 40 34 155। ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਅਹਿਮ ਮਾਲੂਮਾਤ ਦਿੱਤੀਆਂ ਨੇ। ਅਸਲਾਮ ਵਾਲੇਕੁਮ।